ਮੰਤਵ ਹੈ ਕਿ ਪੰਜਾਬ ਜਿਹੜਾ ਹੈਗਾ ਉਸ ਨੂੰ ਸਹੀ ਨਾਇਕ ਨਹੀਂ ਮਿਲ ਰਿਹਾ, ਬਲਕਿ ਗਲਤ ਨਾਇਕ ਜਿਹੜੇ ਆ ਉਹਨਾਂ ਦੀ ਬੜੀ ਵੱਡੀ ਭੂਮਿਕਾ ਜਿਹੜਾ ਕਿ ਅੱਜ ਪੰਜਾਬ ਜਿਹੜਾ ਸਰਵਪੱਖੀ ਨਿਗਾਰ ਦੀ ਅਵਸਥਾ 'ਚ ਹੈ, ਉੱਥੇ ਜਿਹੜੇ ਸਾਡੇ ਨਾਇਕ ਗਲਤ ਨੇ। ਉਹ ਅਸੀਂ ਇੱਕ ਅੱਜ ਇਹ ਉਪਰਾਲਾ ਕਰ ਰਹੇ ਹਾਂ ਮੁੱਖ ਤੌਰ 'ਤੇ ਕਿ ਜੇ ਗਲਤ ਨੇ ਤਾਂ ਫਿਰ ਸਹੀ ਨਾਇਕ ਕੌਣ ਹੋਣਾ ਚਾਹੀਦਾ। ਇਹ ਅਸੀਂ ਫਿਰ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਉਹਨਾਂ ਨੂੰ ਮਤਲਬ ਮਹਾਨਾਇਕ ਅਸੀਂ ਸਥਾਪਿਤ ਕਰਨਾ ਚਾਹੁੰਦੇ ਹਾਂ ਅੱਜ ਦੇ ਦਿਨ। ਉਹ ਇੱਕ ਬਹੁਤ ਹੀ ਜਿਹੜਾ ਹੈ ਮਹੱਤਵਪੂਰਨ ਵਿਸ਼ਾ ਹੈਗਾ, ਔਰ ਜੇ ਅਸੀਂ ਇੱਥੋਂ ਕੋਈ ਦਿਸ਼ਾ ਦੇਣ 'ਚ ਸਫਲ ਹੋ ਜਾਂਦੇ ਹਾਂ ਤਾਂ ਇਹਦੇ ਬਹੁਤ ਬਹੁਤ ਵੱਡੇ ਪ੍ਰਭਾਵ ਪੈਣਗੇ ਪੰਜਾਬ ਦੇ ਸਾਰੇ ਵਿਸ਼ਵ ਜਿਹੜਾ ਪੰਜਾਬੀ ਭਾਈਚਾਰੇ ਸ਼ਾਇਦ ਦੁਨੀਆ ਦੇ ਵਿੱਚ। ਤੋਂ ਇਹ ਗੱਲ ਨਹੀਂ ਹੁੰਦੀ, ਇਹ ਮੈਂ ਬੜੀ ਵਾਰੀ ਇਹ ਗੱਲ ਦੁਹਰਾਈ ਹੈ ਕਿ ਜਦੋਂ ਕੋਈ ਗੱਲ ਹੋ ਰਹੀ ਹੁੰਦੀ ਹੈ ਤਾਂ ਉਹਦੀ ਮਹੱਤਤਾ ਜਿਹੜੀ ਆ ਪੂਰੀ ਤਰ੍ਹਾਂ ਸਮਝ ਨਹੀਂ ਆ ਰਹੀ। ਇਹਨਾਂ ਜਦੋਂ ਕਿਤੇ ਗੁਰੂ ਨਾਨਕ ਪਾਤਸ਼ਾਹ ਔਰ ਭਾਈ ਮਰਦਾਨਾ ਜੀ ਜਦੋਂ ਕਿਸੇ ਕੋਈ ਉਸ ਵੇਲੇ ਸ਼ਾਇਦ ਕੋਈ ਨਾ ਸੋਚਦਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਫਲਸਫਾ ਹੈ, ਇੱਕ ਵੇਲੇ ਸਾਰੀ ਦੁਨੀਆ ਨੂੰ ਜਿਹੜਾ ਹੈਗਾ ਸੇਧ ਦੇਗਾ, ਔਰ ਜੇ ਦੁਨੀਆ ਅੱਜ ਬਚੇਗੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਜੋ ਹਾਲਾਤ ਨੇ ਦੁਨੀਆ ਦੇ, ਉਹ ਇਸੇ ਫਲਸਫੇ ਨਾਲ ਗੁਰੂ ਨਾਨਕ ਦੇ ਫਲਸਫੇ ਨਾਲ ਹੀ ਬਚ ਸਕਦੇ। ਲੇਕਿਨ ਸ਼ਾਇਦ ਉਹ ਲੋਕ ਜਿਹੜੇ ਦੋ ਫਕੀਰਾਂ ਨੂੰ ਜਾਂਦੇ ਹੋਏ ਦੇਖਣ, ਉਹ ਉਸ ਵੇਲੇ ਸ਼ਾਇਦ ਅੰਦਾਜ਼ਾ ਨਾ ਲੈ ਸਕਣ ਕਿ ਐਡੀ ਵੱਡੀ ਜਿਹੜੀ ਗੱਲ ਹੋਣ ਜਾ ਰਹੀ ਹੈ। ਤਾਂ ਇਹ ਇੱਕ ਜਿਹੜੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਵੀ ਬੰਦੇ ਇਸ ਚਰਚਾ ਦਾ ਹਿੱਸਾ ਬਣ ਰਹੇ ਨੇ ਉਹ ਬਹੁਤ ਇੱਕ ਵੱਡੇ ਮੰਤਵ ਲਈ ਜਿਹੜੇ ਹੈਗੇ ਇੱਥੇ ਅੱਜ ਇਕੱਤਰ ਹੋਏ। ਹੁਣ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਉਹਨਾਂ ਦੀ ਦੇਣ ਹੈ, ਉਹਨਾਂ ਦੀ ਇਤਿਹਾਸਕ ਭੂਮਿਕਾ ਹੈ, ਉਹਨੂੰ ਸਮਝਣ ਲਈ ਪਹਿਲਾਂ ਜਿਹੜਾ ਸਾਨੂੰ ਸਿੱਖ ਇਨਕਲਾਬ ਨੂੰ ਸਮਝਣਾ ਪਏਗਾ। ਔਰ ਜਿਹੜਾ ਸਿੱਖ ਇਨਕਲਾਬ ਦੀ ਜਿਹੜੀ ਮੇਰੀ ਪਰਿਭਾਸ਼ਾ ਹੈਗੀ, ਇਹ ਇੱਕ ਵਿਲੱਖਣ ਹੈ, ਇੱਕ ਮੁਕੰਮਲ, ਇੱਕ ਜਿਹੜਾ ਨਿਰੰਤਰ ਇਨਕਲਾਬ ਦਾ ਸੰਕਲਪ। ਹੁਣ ਵਿਲੱਖਣਤਾ ਕਿਉਂ ਹੈ ਕਿ ਮੁੱਖ ਤੌਰ 'ਤੇ ਜਿਹੜੇ ਬਾਕੀ ਦੇ ਸਾਰੇ ਇਨਕਲਾਬ ਹੋਏ ਆ ਉਹਨਾਂ ਦਾ ਜੋਰ ਜਿਹੜਾ ਹੈ ਸਮਾਜਿਕ ਤਬਦੀਲੀ 'ਤੇ ਸੀ, ਤੇ ਉਹਨਾਂ ਦਾ ਇਹ ਮੰਨਣਾ ਸੀ ਕਿ ਜੇ ਸਮਾਜ ਬਦਲ ਜਾਏਗਾ ਤੇ ਮਨੁੱਖ ਆਪਣੇ ਆਪ ਬਦਲ ਜਾਏ। ਲੇਕਿਨ ਜਿਹੜੀ ਸਿੱਖ ਇਨਕਲਾਬ ਦੀ ਵਿਲੱਖਣਤਾ ਹੈ ਕਿ ਉਹਨੇ ਜਿਹੜਾ ਬਦਲਣ ਦਾ ਜਿਹੜਾ ਜ਼ੋਰ ਹੈ, ਜਿਹੜਾ ਐਂਫਸਿਸ ਹੈ, ਉਹ ਮਨੁੱਖ ਨੂੰ ਬਦਲਣ 'ਤੇ ਦਿੱਤਾ ਹੈ। ਉਹ ਕਹਿੰਦੇ ਮਨੁੱਖ ਬਦਲਣਾ ਹੈ ਜਿਹੜਾ ਸਮਾਜ ਨੂੰ ਬਦਲਣਾ। ਤੋ ਗੁਰੂ ਨਾਨਕ ਨੇ ਮਨਮੁਖ ਨੂੰ ਗੁਰਮੁਖ ਬਣਾਉਣ ਦਾ ਜਿਹੜਾ ਸੱਦਾ ਦਿੱਤਾ, ਤੇ ਜਿਹੜਾ ਗੁਰੂ ਨਾਨਕ ਦਾ ਗੁਰਮੁਖ ਹੈ ਉਹੀ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ। ਤੋ ਬਾਕੀ ਜਿਹੜੀ ਜੇ ਆਪਾਂ ਇੱਦਾਂ ਕਹਿ ਲਈਏ ਕਿ ਜਿਹੜੇ ਦੂਜੇ ਇਨਕਲਾਬ ਹੈ ਉਹਨਾਂ ਦੀ ਜਿਹੜੀ ਆਊਟਰ ਇੰਜੀਨੀਅਰਿੰਗ ਹੈਗੀ, ਬਾਹਰੋਂ ਬਦਲਾਅ ਕਰਨਾ ਚਾਹੁੰਦੇ ਆ। ਗੁਰੂ ਨਾਨਕ ਦਾ ਜਿਹੜਾ ਹੈ ਜ਼ੋਰ ਐਂਫਸਿਸ ਹੈ ਉਹ ਹੈ ਇੰਟਰਨਲ ਇੰਜੀਨੀਅਰਿੰਗ, ਅੰਦਰੋਂ ਬੰਦਾ ਜਿਹੜਾ ਬਦਲੇ। ਤੇ ਜਪਜੀ ਸਾਹਿਬ ਚਾਹੇ ਕਿੱਥੇ ਕਰੀਏ ਸੁਰਤ ਮਤ ਮਨ ਬੁੱਧ, ਇਹ ਹੈ ਇੰਟਰਨਲ ਇਨਰ ਇੰਜੀਨੀਅਰਿੰਗ ਕਰੀਏ, ਅੰਦਰੂਨੀ ਬੰਦੇ ਦਾ ਜਿਹੜਾ ਬਦਲਾਅ। ਤੋ ਇਹ ਬੜੀ ਵੱਡੀ ਜਿਹੜੀ ਵਿਲੱਖਣਤਾ ਹੈ। ਦੂਸਰੀ ਜਿਹੜੀ ਗੱਲ ਹੈ ਕਿ ਜਿਹੜਾ ਸਿੱਖ ਇਨਕਲਾਬ ਹੈ ਮੁਕੰਮਲ ਇਨਕਲਾਬ। ਹੁਣ ਮੁਕੰਮਲ ਇਨਕਲਾਬ ਹੈ ਕਿ ਕੋਈ ਵੀ ਦੁਨੀਆ ਦਾ ਜਿਹੜਾ ਫਲਸਫਾ ਹੈ ਉਹ ਇੱਕ ਸਮੁੱਚੀ ਜੀਵਨ ਜਾਂਚ ਨਹੀਂ ਦੇ ਸਕਿਆ ਸਿਵਾਏ ਸਿੱਖ ਇਨਕਲਾਬ ਦਾ, ਜਿਹਨੂੰ ਆਪਾਂ ਕਹਿੰਦੇ ਕੰਪਰੀਹੈਂਸਿਵ ਫਿਲਾਸਫੀ ਆਫ ਲਾਈਫ। ਬਾਕੀ ਲਾਈਫ ਦਾ ਕੋਈ ਇੱਕ ਆਸਪੈਕਟ ਦੇ ਸਕੇ, ਲੇਕਿਨ ਜਿਹੜੇ ਸਿੱਖ ਇਨਕਲਾਬ ਨੇ ਜਿਹੜੇ ਜੀਵਨ ਦੇ ਚਾਰ ਮੁੱਖ ਪੱਖ ਹੈ, ਧਰਮ, ਅਰਥ, ਕਾਮ ਔਰ ਮੋਕਸ਼, ਜਿਹੜੇ ਜਿਨ੍ਹਾਂ ਨੂੰ ਗੁਰਬਾਣੀ ਦੇ ਚਾਰ ਪਦਾਰਥ ਕਿਹਾ। ਤੋ ਇਹ ਜਿਹੜੇ ਸਿੱਖ ਇਨਕਲਾਬ ਇਹਨਾਂ ਚਾਰਾਂ ਨੂੰ ਸੰਬੋਧਿਤ ਹੈ। ਇੱਦਾਂ ਹੋਰ ਦੁਨੀਆ 'ਚ ਕੋਈ ਫਲਸਫਾ ਨਹੀਂ ਹੈ। ਤੋ ਇਹ ਜਿਹੜੀ ਮੈਂ ਕਹਿੰਦਾ ਕਿ ਜਦੋਂ ਪੂਰੀ ਜੀਵਨ ਜਾਂਚ ਜਿਹੜੀ ਹੈ ਉਹ ਦੇ ਦੇਣਾ, ਇਹ ਹੈ ਮੁਕੰਮਲਤਾ। ਤੀਸਰੀ ਜਿਹੜੀ ਚੀਜ਼ ਹੈ ਜਿਹੜੀ ਵਿਲੱਖਣਤਾ ਸਿੱਖ ਇਨਕਲਾਬ ਦੀ ਹੈ ਉਹ ਨਿਰੰਤਰਤਾ ਹੈ। ਕਿ ਅਸੀਂ ਦੇਖਿਆ ਕਿ ਦੁਨੀਆ 'ਚ ਬੜੇ ਬੜੇ ਵੱਡੇ ਇਨਕਲਾਬ ਆਏ, ਲੇਕਿਨ ਉਹ ਜਲਦੀ ਜਿਹੜੇ ਠੁੱਸ ਹੋ ਜਾਂਦੇ ਆ ਜਾਂ ਆਪਣੇ ਜਿਹੜੇ ਆਦਰਸ਼ਾਂ ਤੋਂ ਜਿਹੜੇ ਫਿਰਕ ਜਾਂਦੇ। ਉਹਦੇ 'ਚ ਕਾਰਨ ਕੀ ਹੈ ਕਿ ਨਿਰੰਤਰ ਦਾ ਸੰਕਲਪ ਨਹੀਂ ਹੈ। ਜੇ ਹੈ ਤਾਂ ਇੰਨਾ ਸਪਸ਼ਟ ਨਹੀਂ।
तो सिख इनकलाब दे विच जिहड़ा है निरंतरता का संकल्प बहुत जिहड़ा है स्पष्ट किया गया है। भाई नंद लाल जी ने कहा खालसा जो करे नित जंग, हर वक्त ये नहीं कि एक बार संघर्ष करके इनकलाब लै आंदा तो फिर जो है स्ट्रगल खत्म हो गई, संघर्ष खत्म हो गया। नहीं, नित का मतलब सदा लिए जी कंटीन्यूअस स्ट्रगल है। हुण क्यों है जो सिख इनकलाब को संकल्प क्यों है जो बाकियों को नहीं? तो गल यह है कि मुख्य जो गुरु नानक ने जो जपजी साहब के निखेड़ा करता कि जीवन का जो सही और गलत जो राह की है, तो वो जो उन्होंने बुनियादी सवाल उठाया वो क्यों से त्यारा हुई है कि वो कूड़े टुटे पा। ये सवाल है जो गुरु साहब बुनियादी सवाल उठा कि सच का राह की है, झूठ की दीवार किस तरह टेकी जा सकती है। तो वह जवाब भी गुरु साहब आप ही हुक्म रजाई चलना नानक लिखा ना। तो हुक्म जोड़ा है कुदरत के नियम, कुदरत का जोड़ा कानून, वो अनुसार जीना जोड़ा है गुरु साहब कहते यही सही ढंग। हुण दुनिया के किसी भी फलसफे ने इन्नी स्पष्टता के नाल गलत और सही जोड़ा निखेड़ा नहीं, क्योंकि अगला जोड़ा है गुरु साहब कहते हुक्मे अंदर सब को बाहर हुक्म ना कोई, नानक हुक्मे जे बुझे तो होमे करे ना मिले। तो ये गुरु नानक सानू सही और गलत दोनों राह दसदे भी कहा सही राह है गलत भी नाल उहदी निशानदेही कर दिंदे कि जिहड़ा हुक्म है कुदरत के अनुसार, कुदरत के नियमों के अनुसार जीना जिहड़ा है ये सही राह है, लेकिन जिहड़ा होमे है ये गलत राह। तो होमे की है? होमे का मतलब है झूठी पहचान, अपनी होंद के बारे भरम पालना। भरम की है बंदे का कि मेरी होंद मेरे तक सीमित, ये है होमे, ईगोइज्म। क्योंकि बुनियादी तौर पर गलत है कि किस तरह हो सकता है कि एक जिहड़ा आदमी की होंद है वो एक साह जो ना आदमी एकदम ही गुरबाणी मिली, एक साह का मुताज जो उन्होंने एक साह भी नहीं आता तो मतलब यह हवा नहीं होएगी तो बंदा किस तरह से रहेगा, जो पानी नहीं होएगा धरती नहीं होएगी जमीन नहीं होएगी। तो बंदे की जी होंद है अपने आप सुतंत्र है ही नहीं, अपने आप के सीमित है ही नहीं, कि जिहड़ा उहदी होंद है वो समुचता का अंग, वी आर पार्ट ऑफ दी होंद। तो इस करके जो बंदा कहता भी मेरी होंद मेरे तक सीमित है, जाहिर है कोई झूठी पहचान और भरम च जी। तो गुरु साहब ने जोड़ा है उसनूं जोड़ा है दस्या कि भाई ये हुक्म वाल आ जा जोड़ा ये सही रास्ता है, गलत रास्ता छड्ड के जोड़ा होमे का। तो बाकी होमे तो गुरबाणी ने होमे दीर्घ रोग, सिर्फ ये नहीं कि तू गलत रास्ते पर चलिया, तू बहुत भयानक बीमारी का भी शिकार। तो फिर गुरु साहब दसते कि जिहड़ा हुक्म है और नाम है, गुरबाणी कहते होमे नामे नाल विरोध है, दोए ना वसे एक था। जिहड़ा नाम है यही जिहड़ा है होमे चों बाहर निकलण का एक तरीका। नाम के नाल ही बंदा हुक्म नूं पछाणिया जा सकता है। हुक्म और नाम जिहड़े आके मिल जाते, क्यों? नाम ही मनुख चो चेतना पैदा करता है, रूहानी चेतना पैदा करता है, जिहदे नाल वो हुक्म नूं पछाण सकता, तो होमे तो मुक्त हो सकता। तो इस करके होमे नामे नाल विरोध है, दोए ना वसे एक। ये मतलब जे तुसीं होमे तो बचना है तो फिर नाम का मतलब रूहानी चेतना, जिहड़ा तन है मनुख जिहड़ा वही जिहड़ा होमे तो जिहड़ा बच सकता। तो ये जिहड़ी है तन होने का जिहड़ा सुनिया है वो सिख इनकलाब का बुनियादी और केंद्रीय सुनिया है। ज्ञानी होए चेतन होए, अज्ञानी अंध कमाए। जिहड़ा चेतन नहीं होएगा अंधकार अज्ञान के अंधकार में डूब जाएगा। तो ये जी कुदरत हैगी, जब सानू कुदरत का अंग जिहड़ा दस्या गुरबाणी ने, तो कुदरत जी वो स्टैटिक नहीं है, वो निरंतर गतिशीलता डायनामिक है, निरंतर बदल रही है। साहिब मेरा नित नवा सदा सदा गाता।
कि कुदरत जी है एक थां नहीं खड़ौत च नहीं है, हर कॉन्सटेंटली इवॉल्विंग है, कॉन्सटेंटली चेंज, निरंतर इसका विकास हो रहा, निरंतर है जो बदल। तो ये जड़ियाँ चीज़ां ने सानू जो सिख इनकलाब के जो बुनियादी तौर पर जो मैनू जिन्नी मेरी समझ है जो मुख्य पक्ष है मैं थोड़े साझे किए। हुण दूसरी गल है कि जोड़े सिख इनकलाब के जोड़े 3 पड़ाव ने, पहला जो पड़ाव है वो सिद्धांतक आधार फिलासफिकल बेस, तो वो गुरु नानक पातशाह ने। दूसरा पड़ाव जो है वो इस सिद्धांत को अमली जामा पहना, उस फिलासफिकल कॉन्सैप्ट को प्रैक्टिकल शेप देनी, ये श्री गुरु गोबिंद सिंह जी का उन्होंने दे। उन्होंने गुरु नानक के फलसफे को अमली जामा पहना के खालसे के रूप में एक नवे मनुख की सिरजना कर देनी जी। ये दूसरा पड़ाव जो है वो गुरु गोबिंद सिंह जी ने जो पूरा किया। लेकिन इस तो अगला जो पड़ाव वो की है तीजा पड़ाव। तीजा पड़ाव है कि ये जिहड़े सिख इनकलाब के समाजिक और राजनीतिक सरोकार ने उन्होंने लागू करना, ये जिहड़ा है बाबा बंदा सिंह बहादुर उन्होंने सिख इनकलाब के समाजिक और राजनीतिक सरोकारां नूं लागू करते हुए खालसा राज की स्थापना की। तो इस करके जे आप ये कह लीए कि वो बाबा बंदा सिंह बहादुर सिख इनकलाब का अनिखड़वां अंग है, तो वो भी गल पूरी नहीं है, सगों उस तो भी उन्होंने दर्जा वड्डा है कि उन्होंने सिख इनकलाब को संपूर्ण किया। जदों ये इंप्लीमेंट करने पूरी तरह होया है, जदों उन्हें राजनीतिक तौर पर जो उस फलसफे के आधार पर खालसा राज की स्थापना हुई है, तां ये सिख इनकलाब इसका मुकम्मल होता है। तो इस करके ये है बाबा बंदा सिंह बहादुर की सानू जी उन्होंने जी कंट्रीब्यूशन इन्नी जी महान, तो ज़ाहिर है कि जो भी साढ़े कोल होया है ये उसका आधार जो है वो बाबा बंदा सिंह बहादुर। तो ये फिर ये दो राय हो ही नहीं सकती कि साडा जो महानायक कौन। जे आप इस संदर्भ के देखिए तो ये गल अपने आप के जिदा सैल्फ एविडेंट है, खुद को मतलब जाहिर कर रही है कि बाबा बंदा सिंह बहादुर ही साढ़े महानायक हो सकते। तो जदों असीं कहने कि पंजाब जिंदा गुरां दे नाम पे, तो इसका मतलब है कि पंजाब का जिहड़ा सभ्याचारक सदाचारक का नैतिक आधार है वो जिहड़ा है कि श्री गुरु ग्रंथ साहब का सिख फलसफे ने बनाया। तो उसनों जो लागू करने वाले ने तो फिर बाबा बंदा सिंह बहादुर ने। तो इस आप उन्होंने जी इतिहासिक भूमिका को समझने लिए जो फिलासफिकल जो बेस है वो समझना बहुत जरूरी। पर हुण अज जी अज की स्थिति जी अज साडे कोल गलत नायक आ गए। गलत नायक कदों आ गए कि जदों साडा जिहड़ा फलसफा से जिहड़ा गुरु का दिता फलसफा है उसकी थां पर असीं जिहड़ा साम्राज्यिक खपतकारी सभ्याचार जिहड़ा वो अपना, तो वो असीं अपने विरासत तो अपने फलसफे तो अपने आधार तो दूर हो। तो ठीक है कि जी ये प्रक्रिया जी मुख्य तौर पर हरे इनकलाब हुई, कि हरे इनकलाब जी है पंजाब की जी अमीर किसान उन्हें जोड़ा है सब तो ज़्यादा उन्हें तिलांजलि दे के जी सिख अपने फलसफे में सिख करा। तो वो एक अमरीकी साम्राज्य नाल गठजोड़ करके एक सरमाएदारी जमात बन गई। तो उन्हें अपनी विरासत अमली तौर पर ना तो रखा, लोगों को धोखे च रखने लिए आप सिक्खी का नाम ही वरत्या, लेकिन सिख सिद्धांत जो वो बिल्कुल तो मुनकर हो गई, बल्कि बिल्कुल उल्ट दिशा चो। तो एक बड़ी सिंपल सादी जी गल है कि जी पंजाब की जी अमीर किसानी इतिहासिक सच्चाई है कि वो जट है। तो हरे इनकलाब तो पहला जो असीं मुख्य तौर पर देखिए
तो ਜਿਹੜਾ ਪੰਜਾਬ ਦਾ ਜੱਟ ਭਾਈਚਾਰਾ ਹੈ ਉਹ ਆਪਣੀ ਸਿੱਖ ਪਹਿਚਾਣ ਨੂੰ ਜਿਹੜਾ ਉੱਪਰ ਰੱਖ ਰਿਹਾ, ਉਹ ਆਪਣੇ ਨੂੰ ਜੱਟ ਸਿੱਖ ਕਹਿੰਦੇ। ਲੇਕਿਨ ਹਰੇ ਇਨਕਲਾਬ ਤੋਂ ਬਾਅਦ ਸਿੱਖੀ ਦੇ ਪੋਚਾ ਫੇਰਤਾ ਗਿਆ, ਫਿਰ ਅਸੀਂ ਜਿਹੜਾ ਬਿਲਕੁਲ ਜੱਟ ਸਿੱਖ ਤੋਂ ਜੱਟ ਹੀ ਹੈ। ਇਹ ਹੈ ਜਿਹੜੀ ਸਭ ਤੋਂ ਜਿਹੜੇ ਪੰਜਾਬ ਦਾ ਜਿਹੜਾ ਬਰਬਾਦੀ ਦੇ ਜਿਹੜੇ ਬੀਜ ਇਸ ਛੋਟੇ ਜਿਹੇ ਜਦੋਂ ਸਮੀਕਰਨ ਬਦਲ ਗਏ। ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ, ਕਿਉਂਕਿ ਭਾਈਚਾਰਾ ਜਿਹੜਾ ਚਲੋ ਇਹ ਸਾਨੂੰ ਮੰਨਣਾ ਪੈਂਦਾ ਹੈ ਕਿ ਅੱਜ ਵੀ ਜਿਹੜਾ ਜੇ ਸਾਡਾ ਸਿਰ ਕੱਢ ਭਾਈਚਾਰਾ ਹੈ ਪੰਜਾਬ ਦੇ ਵਿੱਚ ਜੱਟ ਸਿੱਖ ਭਾਈਚਾਰਾ, ਜਿੰਨਾ ਜਦੋਂ ਜਿਹੜਾ ਜੱਟ ਭਾਈਚਾਰਾ ਹੈ ਉਹ ਸਿੱਖ ਆਪਣੀ ਪਹਿਚਾਣ ਨੂੰ, ਦੇਖੋ ਜੱਟ ਉਹਦੀ ਇਤਿਹਾਸਿਕ ਪਹਿਚਾਣ ਹੈ, ਸਿੱਖ ਉਹਦੀ ਸਿਧਾਂਤਕ ਪਹਿਚਾਣ, ਉਹ ਹਿਸਟੋਰੀਕਲ ਆਈਡੈਂਟਿਟੀ ਉਹ ਫਿਲਾਸਫੀਕਲ ਆਈਡੈਂਟਿਟੀ। ਜਿੰਨਾ ਚਿਰ ਇਹਨੇ ਆਪਣੀ ਫਿਲਾਸਫੀਕਲ ਆਈਡੈਂਟਿਟੀ ਸਿਧਾਂਤਕ ਆਧਾਰ ਨੂੰ ਆਪਣੀ ਇਤਿਹਾਸਿਕ ਪਛਾਣ ਤੋਂ ਉੱਪਰ, ਸਿਧਾਂਤਕ ਪਹਿਚਾਣ ਨੂੰ ਇਤਿਹਾਸਿਕ ਪਛਾਣ ਤੋਂ ਉੱਪਰ ਰੱਖਿਆ ਤਾਂ ਪੰਜਾਬ ਦੇ ਬਹੁਤ ਤਰੱਕੀ ਹੋ ਗਈ। ਬਹੁਤ ਪੰਜਾਬ ਦਾ ਇੰਨਾ ਵੱਡਾ ਦੁਨੀਆ 'ਚ ਐਡਾ ਵੱਡਾ ਰਾਜ ਸਥਾਪਿਤ ਹੋ ਗਿਆ ਖਾਲਸੇ ਦਾ, ਔਰ ਜਿਹੜਾ ਦੁਨੀਆ ਦਾ ਸਭ ਤੋਂ ਖੁਸ਼ਹਾਲ ਸੀ, ਜਿਹਦੇ ਵਿੱਚ ਮਤਲਬ ਜਿਹੜਾ ਹੈ ਜਿਹਦੇ ਖਜ਼ਾਨੇ ਦੇ ਵਿੱਚ ਉਸ ਵੇਲੇ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਹੈ ਸਾਮਰਾਜੀ ਤਾਕਤ ਇੰਗਲੈਂਡ, ਉਹਦੇ ਨਾਲੋਂ ਵੀ ਪੰਜਾਬ ਦੇ ਖਜ਼ਾਨੇ ਕੋਲ ਜ਼ਿਆਦਾ ਪੈਸਾ ਸੀ, ਉਹਦੇ ਨਾਲੋਂ ਵੀ ਪੰਜਾਬ ਦੇ ਤੋਸ਼ੇਖਾਨੇ ਕੋਲ ਜ਼ਿਆਦਾ ਕੀਮਤੀ ਹੀਰੇ ਜਵਾਹਰਾਤ ਸੀ। ਤਾਂ ਇਹ ਹੈ ਕ੍ਰਿਸ਼ਮਾ। ਲੇਕਿਨ ਦੁਖਾਂਤ ਇਹ ਹੈ ਕਿ ਜਦੋਂ ਅਸੀਂ ਇਸ ਪਹਿਚਾਣ ਦੇ ਵਿੱਚ ਜਿਹੜੀ ਸਮੀਕਰਨ ਇਕੁਏਸ਼ਨ ਜੱਟ ਤੇ ਸਿੱਖ ਦੇ ਉਠਾ ਕਰਤਾ ਹਰੇ ਇਨਕਲਾਬ ਤੋਂ ਬਾਅਦ ਕਿ ਜੱਟ ਪਹਿਚਾਣ ਨੂੰ ਸਿੱਖ ਪਹਿਚਾਣ ਤੋਂ ਉੱਪਰ ਕਰਤਾ, ਤਾਂ ਉਹ ਜੋ ਪੰਜਾਬ ਦੇ ਜੋ ਮੌਜੂਦਾ ਜਿਹੜੀ ਹਾਲਤ ਹੈ ਉਹਦੇ ਲਈ ਮੁੱਖ ਤੌਰ ਤੇ ਇਹ ਜਿਹੜੀ ਗੁਰੂ ਤੋਂ ਦੇ ਸਿਧਾਂਤ ਤੋਂ ਬੇਮੁਖ ਹੋਣਾ, ਗੁਰੂ ਦੇ ਸਿਧਾਂਤ ਨੂੰ ਪਿੱਠ ਕਰਨੀ, ਉਹਦਾ ਖਮਿਆਜ਼ਾ ਅਸੀਂ ਸਾਰੇ ਭੁਗਤਦੇ। ਲੇਕਿਨ ਜੇ ਅਸੀਂ ਕਹੀਏ ਕਿ ਇਹਦੇ ਲਈ ਮੁੱਖ ਤੌਰ ਤੇ ਜਿਹੜੀ ਅਮੀਰ ਕਿਸਾਨੀ ਜ਼ਿੰਮੇਵਾਰ ਹੈ ਤੇ ਉਹ ਅਤਕਥਨੀ ਨਹੀਂ ਹੈ, ਲੇਕਿਨ ਇੱਕ ਜਿਹੜਾ ਸਮਾਜ ਦਾ ਵਰਗ ਹੈ ਜਿਹਨੇ ਉਹਨਾਂ ਦਾ ਸਭ ਤੋਂ ਜ਼ਿਆਦਾ ਸਾਥ ਦਿੱਤਾ ਹੈ ਕਿ ਪੰਜਾਬੀਆਂ ਨੂੰ ਆਪਣੀ ਵਿਰਾਸਤ ਤੋਂ ਦੂਰ ਕਰਨ, ਔਰ ਖਾਸ ਕਰਕੇ ਜੱਟ ਭਾਈਚਾਰੇ ਨੂੰ, ਇਹ ਹੈ ਸਾਡੇ ਗਾਇਕ। ਤੋ ਗਾਇਕਾਂ ਨੇ ਕੀ ਇਹੋ ਜਿਹੀ ਗੱਲ ਕਰਤੀ। ਹੁਣ ਗਾਇਕ ਜਿਹੜੇ ਸੀਗੇ ਪੰਜਾਬ ਦੇ ਵਿੱਚ ਪਹਿਲਾਂ ਜਿਹੜਾ ਰਵਾਇਤੀ ਤੌਰ ਤੇ ਮਰਾਸੀ ਭਾਈਚਾਰੇ ਨਾਲ ਸੰਬੰਧਿਤ ਹੁੰਦੇ ਸੀ, ਉਹਨਾਂ ਦਾ ਕੰਮ ਸਿਰਫ ਮਨ ਪਰਚਾਵਾ ਕਰਨਾ ਸੀ, ਉਹ ਆਪਣਾ ਕੰਮ ਕਰੀ ਜਾਂਦੇ ਰਹੇ ਸੈਂਕੜੇ ਸਾਲਾਂ ਤੋਂ। ਲੇਕਿਨ ਹਰੇ ਇਨਕਲਾਬ ਤੋਂ ਬਾਅਦ ਜੱਟ ਜਿਹੜੇ ਆ, ਜੱਟਾਂ ਦੇ ਨੌਜਵਾਨ ਮੁੰਡੇ ਜਿਹੜੇ ਉਹ ਗਾਇਕ ਬਣ ਗਏ, ਇਹ ਜੱਟ ਮਰਾਸੀ ਜਮਾਤ ਆ ਗਈ। ਹੁਣ ਦੁਖਾਂਤ ਕੀ ਹੋਇਆ ਕਿ ਇਹਨਾਂ ਨੇ ਆਪਣੇ ਆਪ ਨੂੰ, ਇਹਨਾਂ ਨੂੰ ਸਾਡੇ ਨੌਜਵਾਨਾਂ ਨੇ ਨਾਇਕ ਮੰਨ ਲਿਆ, ਜਿਹੜੇ ਮਰਾਸੀਆਂ ਨੂੰ ਉਹਦੇ ਨਾਇਕ ਨਹੀਂ ਮੰਨਣਾ ਸੀ, ਲੇਕਿਨ ਜੱਟਾਂ ਨੂੰ ਅਸੀਂ ਨਾਇਕ ਮੰਨ ਲਿਆ, ਔਰ ਉੱਥੋਂ ਹੀ ਸਾਡੇ ਇਹ ਬਰਬਾਦੀ ਇਹਨਾਂ ਨੇ ਕਰਨੀ ਸ਼ੁਰੂ ਕਰ ਕਿ ਗਲਤ ਨਾਇਕ ਸਾਡੇ ਬਣ ਗਏ। ਇਹਨਾਂ ਨੇ ਸਾਨੂੰ ਮਤਲਬ ਸਿੱਖ ਵਿਰਾਸਤ ਤੋਂ ਤਾਂ ਤੋੜਨਾ ਹੀ ਤੋੜਨਾ ਸੀ, ਸਾਨੂੰ ਸਿੱਖੀ ਸਰੂਪ ਤੋਂ ਵੀ ਤੋੜਨਾ, ਸਾਡੀ ਪਾਗੀ ਲੁਹਾਤੀ। ਫਿਰ ਇਹਨਾਂ ਅਸੀਂ ਤਾਂ ਉਦੋਂ ਤੋਂ ਪਹਿਲਾਂ ਸਾਡੇ ਨੌਜਵਾਨ ਬੰਦੇ ਹੁੰਦੇ ਸੀ, ਇਹਨਾਂ ਨੇ ਉਹਨੂੰ ਮੋੜ ਤੇ ਤੋਤੇ ਬਣਾ ਤੇ ਪਹਿਲਾਂ ਜਿਹੜੇ ਸੀ ਉਹਨਾਂ ਦੀ ਬੜੀ ਇੱਕ ਸੰਜੀਦਾ ਦਿੱਖ ਸੀਗੀ, ਤੇ ਹੁਣ ਇਹਨਾਂ ਦੀ ਜਿਹੜੀ ਦਿੱਖ ਇਹਨਾਂ ਨੇ ਪ੍ਰਮੋਟ ਕੀਤੀ ਹੈ, ਉਹ ਜਿਹੜੇ ਕਲਾਉਨ ਜਿਹੜੇ ਹੁੰਦੇ ਨੇ ਜੋਕਰ ਕਲਾਉਨ ਬਣਾਤੇ। ਹੁਣ ਅਸੀਂ ਕਲਾਉਨਾਂ ਨੂੰ ਦੇਖਦੇ ਉੱਪਰ, ਜੇ ਕੋਈ ਵਧੀਆ ਦਸਤਾਰਧਾਰੀ ਸਿੱਖ ਆ ਉਹ ਨੌਜਵਾਨ ਨੂੰ ਅਸੀਂ ਉਹ ਨਹੀਂ ਆ ਹੁਣ ਸਾਡਾ ਨਾਇਕ, ਇਹ ਜਿਹੜੇ ਜੋਕਰ ਸਾਡੇ ਨਾਇਕ। ਤਾਂ ਇਹ ਹੈ ਇਹਨਾਂ। ਔਰ ਫਿਰ ਇਹਨਾਂ ਨੇ ਜਿਹੜਾ ਖਪਤਕਾਰੀ ਸੱਭਿਆਚਾਰ ਨੂੰ ਇਸ ਤਰ੍ਹਾਂ ਉਛਾਲਿਆ ਕਿ ਇਹਨਾਂ ਨੇ ਮਹਿੰਗੀਆਂ ਕਾਰਾਂ, ਆਲੀਸ਼ਾਨ ਕੋਠੀਆਂ ਨੇ ਦੇ ਗੀਤਾਂ 'ਚ, ਔਰ ਜਿਹੜੀਆਂ ਕੁੜੀਆਂ ਨੇ ਉਹ ਮਾਡਲ ਹੀ ਸਾਰੀਆਂ ਹੈ, ਕੋਈ ਸਧਾਰਨ ਕੁੜੀ ਹੈ ਹੀ ਨਹੀਂ। ਤਾਂ ਇੱਕ ਬਨਾਵਟੀ ਜੀਵਨ ਸਾਡੇ ਨੌਜਵਾਨਾਂ ਨੂੰ ਉੱਧਰ ਜਿਹੜਾ ਹੈਗਾ ਧੱਕਦਾ ਹੈ। ਉਹ ਜਿਹੜਾ ਜੀਵਨ ਜਿਹੜਾ ਹੈਗਾ, ਹੁਣ ਮੈਂ ਕਈ ਵਾਰੀ ਦੇਖਦਾ ਵੀ ਜਿਹੜੀਆਂ ਕੈਨੇਡਾ 'ਚ ਬਣੀਆਂ ਫਿਲਮਾਂ ਵੀ ਨੇ ਉਹ ਬੜੀਆਂ ਇੱਥੇ ਕਈ ਵਾਰੀ ਪਾਪੂਲਰ ਹੁੰਦੀਆਂ, ਉਹ ਲੇਕਿਨ ਮੈਂ ਕਿਹਾ ਭਾਈ ਜਿੱਥੇ ਬਣੀਆਂ, ਮੈਂ ਵੀ 40 ਸਾਲ ਉੱਥੇ ਉਹਦਾ ਅਮਰੀਕਾ ਕੈਨੇਡਾ ਚਲਾਏ ਨੇ, ਇਹ ਪੰਜਾਬੀਆਂ ਨੂੰ ਉਸ ਇਲਾਕੇ 'ਚ ਕਦੀ ਜਾਣ ਦਾ ਵੀ ਕਦੀ ਸੁਭਾਅ ਨਹੀਂ ਪ੍ਰਾਪਤ ਹੁੰਦਾ ਜਿੱਥੇ ਕਹਿੰਦੇ ਉੱਥੇ ਰਹਿ ਰਹੇ ਨੇ। ਮੈਂ ਉੱਥੇ ਵੈਨਕੂਵਰ ਜਿੱਥੇ ਸਾਡੀ ਸਭ ਤੋਂ ਵੱਡੀ ਵਸੋਂ ਹੈਗੀ, ਉੱਥੇ ਇੱਕ ਚਾਈਨੀਜ਼ ਰੈਸਟੋਰੈਂਟ ਹੈ, ਉੱਥੇ ਅਕਸਰ ਜਾਂਦੇ ਸੀ। ਇੱਕ ਫਿਲਮ ਜਿਹੜੀ ਹੈ ਦਿਲਜੀਤ ਦੋਸਾਂਝ ਉੱਥੇ ਬਣੀ ਹੈ, ਤਾਂ ਉਹਦੇ 'ਚ ਇੱਦਾਂ ਦਿਖਾਇਆ ਕਿ ਜਿਹੜੇ ਸਾਰੇ ਪੰਜਾਬੀ ਉੱਥੇ ਹੀ ਰਹਿੰਦੇ। ਹੁਣ ਮੈਂ ਮੇਰੇ ਵਾਈਫ ਦਾ
लड़का भी है। ਅਸੀਂ ਉੱਥੇ बड़ी बारी कोई चाइनीज बड़ा अच्छा रेस्टोरेंट ਸੀ, ਅਸੀਂ ਅੱਜ तक कोई पंजाबी ਉੱਥੇ ਦੇਖਿਆ ਹੀ ਨਹੀਂ ਉਸ ਇਲਾਕੇ 'ਚ। ਤੇ ਫਿਲਮ ਦੇ ਵਿੱਚ ਇਹ ਦਿਖਾ ਰਹੇ ਜਿਵੇਂ ਸਾਰੇ ਪੰਜਾਬੀ ਰਹਿੰਦੇ ਹੀ ਉੱਥੇ। तो ये सानू बनौटी ਜਿਹੜਾ ਜੀਵਨ ਦੇ ਜੋ ਸਾਡੇ ਨੌਜਵਾਨ ਉੱਥੇ ਜਾ ਕੇ ਜਿੱਦਾਂ ਦਾ ਜੀਵਨ ਉਹਨਾਂ ਨੂੰ ਦੇਖਣਾ ਪੈਂਦਾ ਉਹ ਸੱਚਾਈ ਹੁਣ ਤੁਹਾਡੇ ਸਾਹਮਣੇ ਹੈਗਾ। ਹੁਣ 2-3 ਦਿਨ ਪਹਿਲਾਂ ਹੀ ਅਜੀਤ ਅਖਬਾਰ ਸੀਗਾ ਵੀ ਕਿੰਨੀਆਂ ਜਿਹੜੀਆਂ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਇੱਕ ਹੀ ਉਹਨਾਂ ਨੇ ਟੋਰਾਂਟੋ ਜੀ ਜਿਹੜਾ ਮਤਲਬ ਫਿਊਨਰਲ ਹੋਮ ਤੋਂ ਉਹ ਕਹਿੰਦੇ 15-20 ਲਾਸ਼ਾਂ ਹਰ ਮਹੀਨੇ ਸਾਨੂੰ ਭੇਜਣੀਆਂ ਪੈ ਰਹੀ। ਤਾਂ ਇਹ ਇੱਕ ਇਹਨਾਂ ਦਾ ਕਲਾਕਾਰਾਂ ਦਾ ਅਦਾਕਾਰਾਂ ਦਾ ਨਚਾਰਾਂ ਦਾ ਇੱਕ ਜੀਵਨ ਢੰਗ ਜਿਹੜਾ ਬਣੌਟੀ ਦੱਸ ਰਿਹਾ ਹੈ। ਇੱਕ ਜਿਹੜੀ ਯਥਾਰਥ ਹੈ ਉਹ ਬਿਲਕੁਲ ਉਸ ਤੋਂ ਉਲਟ ਹੈ। ਹੁਣ ਕੈਨੇਡਾ ਜਾ ਕੇ ਬਹੁਤ ਸਾਰੇ ਨੌਜਵਾਨ ਐਸ਼ ਨਹੀਂ ਕਰਦੇ, ਬੜਾ ਕਠਿਨ ਜੀਵਨ ਹੈ, ਬਹੁਤ ਸਾਰੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ, ਬਹੁਤ ਸਾਰੇ ਸੁਸਾਈਡ ਦਾ। ਲੇਕਿਨ ਇਹਨਾਂ ਦੇ ਜਿਹੜੇ ਗਾਣੇ ਆ ਉਹਨਾਂ ਕਹੇ ਕੋਈ ਉਹਦੇ ਤੋਂ ਜੇ ਦੇਖੋ ਇਹਨਾਂ ਦੀਆਂ ਫਿਲਮਾਂ ਗਾਣੇ ਜੋ ਵੀ ਤੁਸੀਂ ਦੇਖ ਲਓ ਵੀ ਕਿੱਦਾਂ ਦਾ ਜਿਹੜਾ ਹੈ ਬਣੌਟੀ ਔਰ ਗਲਤ ਜਿਹੜਾ ਪ੍ਰਚਾਰ ਹੋ। ਤੇ ਇਹ ਇੱਕ ਅਸੀਂ ਜਿਹੜਾ ਅੱਜ ਇਹ ਗਲਤ ਨਾਇਕਾਂ ਤੋਂ ਪੰਜਾਬ ਨੂੰ ਮੁਕਤ ਕਰਾਉਣਾ ਔਰ ਸਹੀ ਨਾਇਕ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹਨੂੰ ਆਪਾਂ ਜਿਹੜਾ ਹੈ ਪ੍ਰੋਜੈਕਟ ਕਰਨਾ। ਹੁਣ ਹੋਏਗਾ ਕਿ ਪੰਜਾਬ ਦੀਆਂ ਜਿੱਥੇ ਸਮੱਸਿਆਵਾਂ ਜਿੱਥੋਂ ਸ਼ੁਰੂ ਹੋਈਆਂ ਉਹ ਹੈ ਕਿ ਪੰਜਾਬੀਆਂ ਦਾ ਜਿਹੜਾ ਆਪਣੀ ਸਿੱਖ ਵਿਰਾਸਤ ਤੋਂ ਔਰ ਖਾਸ ਕਰਕੇ ਜੱਟਾਂ ਦਾ ਜਿਹੜਾ ਜੱਟ ਪੰਜ ਸਿੱਖ ਵਿਰਾਸਤ ਤੋਂ ਦੂਰ ਹੋਣਾ ਉਹ ਮੁੱਖ ਕਾਰਨ ਹੈ ਪੰਜਾਬ ਦੀਆਂ ਸਮੱਸਿਆਵਾਂ ਦਾ ਜਾਂ ਪੰਜਾਬ ਦਾ ਸਰਵਪੱਖੀ ਨਿਗਾਹ ਤੋਂ ਜ਼ਾਹਰ ਹੈ ਕਿ ਹੱਲ ਵੀ ਇਹਦੇ 'ਚ ਪਿਆ ਕਿ ਅਸੀਂ ਦੁਬਾਰਾ ਜਿਹੜਾ ਹੈ ਸਿੱਖ ਵਿਰਾਸਤ ਨਾਲ ਜੋੜੀਏ, ਖਾਸ ਕਰਕੇ ਜੱਟ ਭਾਈਚਾਰੇ ਨੂੰ ਆਪਣੀ ਸਿੱਖ ਵਿਰਾਸਤ ਨਾਲ ਜੋੜੀਏ। ਤੇ ਤਾਂ ਹੀ ਜਿਹੜਾ ਹੈ ਕਿਉਂਕਿ ਮੈਂ ਕਿਉਂ ਬਾਰ-ਬਾਰ ਜੱਟ ਦੀ ਗੱਲ ਕਰ ਰਿਹਾ ਕਿਉਂਕਿ ਹਾਲੇ ਵੀ ਜਿਹੜਾ ਹੈ ਜੋ ਯਥਾਰਥ ਹੈ ਪੰਜਾਬ ਦਾ ਕਿ ਜੱਟ ਭਾਈਚਾਰਾ ਲੀਡਿੰਗ ਕਮਿਊਨਿਟੀ ਹੈ ਤੇ ਲੀਡਿੰਗ ਕਮਿਊਨਿਟੀ ਦੇ ਪਹਿਲਾਂ ਜ਼ਿਆਦਾ ਸਾਨੂੰ ਫੋਕਸ ਕਰਨਾ ਪਏਗਾ। ਬਾਕੀ ਜਿਹੜੇ ਉਹ ਆਪਣੇ ਆਪ ਉਹਨਾਂ ਨੂੰ ਫਿਰ ਫਾਲੋ ਕਰਦੇ। ਹੁਣ ਤੁਸੀਂ ਦੇਖ ਲਓ ਮੇਰੀ ਗੱਲ ਜਾ ਕੇ ਹੁਣ ਤੁਸੀਂ ਅੱਖਾਂ ਬੰਨ੍ਹ ਕੇ ਤੁਹਾਡੇ ਪੱਟੀ ਬੰਨ੍ਹ ਤੇ ਜਾਏ ਤੇ ਕਿਸੇ ਵਿਆਹ ਤੇ ਕਿਸੇ ਮੈਰਿਜ ਪੈਲੇਸ ਚਲੇ ਤੁਸੀਂ ਮੈਨੂੰ ਇਹ ਦੱਸ ਦਿਓ, ਇਹ ਮੇਰੀ ਸ਼ਰਤ ਹੈ ਵੀ ਇਹ ਵਿਆਹ ਜੱਟਾਂ ਦਾ ਖੱਤਰੀਆਂ ਦਾ ਬਾਹਮਣਾਂ ਦਾ ਬਾਣਿਆਂ ਦਾ ਬਿਲਕੁਲ ਨਹੀਂ ਦੱਸ ਸਕਦੇ। ਉਹੀ ਗਾਣੇ ਉਹੀ ਟੱਪਕ ਟਪੂਸੀ ਜੋ ਵੀ ਉਹੀ ਸ਼ਰਾਬ ਉਹੀ ਚਿਕਨ ਚੱਲ ਰਿਹਾ। ਕੋਈ ਪਹਿਲਾਂ ਤੁਸੀਂ ਹਰੇਕ ਰਾਤ ਤੋਂ ਪਹਿਲਾਂ ਤੁਸੀਂ ਦੱਸ ਸਕਦੇ ਸੀ ਤੁਸੀਂ ਇਹ ਜੱਟਾਂ ਦਾ ਵਿਆਹ ਇਹ ਮਤਲਬ ਬਾਹਮਣਾਂ ਦਾ ਖੱਤਰੀਆਂ ਦਾ ਇਹ ਮਤਲਬ ਜਿਹੜਾ ਕਿਸ ਜਾਤ ਦਾ ਬਾਣੀਆਂ ਦਾ। ਹੁਣ ਕੋਈ ਨਹੀਂ, ਹੁਣ ਸਾਰਾ ਪੰਜਾਬ ਜੱਟ ਪੰਜਾਬ ਸਾਰੇ ਦੇ ਸਾਰੇ ਉਹੀ ਨੱਚਦੇ ਉਹੀ ਭੰਗੜਾ ਮਾਰੇ ਜਨਾਨੀਆਂ ਉਹੀ ਕਰ ਰਹੀਆਂ ਮੈਨੂੰ ਮੈਂ ਤੁਹਾਨੂੰ ਵਧਾ ਚੜਾ ਕੇ ਨਾ ਠੰਡਾਈ ਗੱਲ ਕਰਦਾ ਵੀ ਕਿਤੇ ਚਲੇ ਜਾਓ ਸਾਨੂੰ ਬਾਣੀਆਂ ਦੇ ਵਿਆਹ ਤੇ ਵੀ ਜਾਣਾ ਪਿਆ ਖੱਤਰੀਆਂ ਜੱਟਾਂ ਦਾ ਚਲ ਜਾਂਦੇ ਆ ਉਹ ਬਿਲਕੁਲ ਉੱਦਾਂ ਦਾ ਹੀ ਹੋ ਰਿਹਾ। ਤੋ ਇਸ ਕਰਕੇ ਜਿਹੜਾ ਇਹ ਸਿਰਫ ਜੱਟਾਂ ਦੀ ਗੱਲ ਨਹੀਂ ਸਾਰਾ ਪੰਜਾਬ ਹੀ ਸਿੱਖ ਪੰਜਾਬ ਤੋਂ ਜੱਟ ਪੰਜਾਬ ਬਣ ਗਿਆ। ਭਾਵੇਂ ਤੁਸੀਂ ਬਾਣੀ ਹੋ ਬਾਹਮਣ ਹੋ ਸਾਰੇ ਤੋ ਆਪਾਂ ਹੁਣ ਦੁਬਾਰਾ ਇਸ ਨੂੰ ਜੋ ਹੋਣਾ ਚਾਹੀਦਾ ਸਿੱਖ ਪੰਜਾਬ ਬਣਾਉਣਾ। ਤੋ ਸਿੱਖ ਫਿਰ ਆਪਾਂ ਕੋਈ ਸਿੱਖ ਕੌਣ ਹੈ? ਸਿੱਖ ਦਾ ਮਤਲਬ ਸਿੱਖ ਧਰਮ ਹੈ ਕਿ ਸਿੱਖ ਨਹੀਂ ਬਿਲਕੁਲ ਨਹੀਂ। ਸਿੱਖ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਲੋਕ। ਤੋ ਇਹ ਹੈ ਸਿੱਖ ਦੀ ਪਰਿਭਾਸ਼ਾ। ਤੋ ਜਿਹੜੇ ਉਸ ਪਰਿਭਾਸ਼ਾ ਅਨੁਸਾਰ ਸਾਰੇ ਪੰਜਾਬੀ ਸਿੱਖ ਹੈ। ਪੰਜਾਬ ਜਿਉਂਦਾ ਗੁਰਾਂ ਦੇ ਨਾਮ ਸਾਡਾ ਸਾਰਿਆਂ ਦਾ ਜਿਹੜਾ ਹੈ ਸਮਾਜਿਕ ਸੱਭਿਆਚਾਰਕ ਸਦਾਚਾਰਕ ਨੈਤਿਕ ਆਧਾਰ ਗੁਰੂ ਗ੍ਰੰਥ ਸਾਹਿਬ 'ਚ ਸਾਰੇ ਪੰਜਾਬੀ ਨੇ। ਤੋ ਇਸ ਕਰਕੇ ਅਸੀਂ ਸਾਰੇ ਸਿੱਖ। ਤੋ ਜਦੋਂ ਮੈਂ ਆਪਣੀ ਪਹਿਲੀ ਪੁਸਤਕ ਲਿਖੀ ਆਸਿਕ ਪੰਜਾਬ ਤੋਂ ਘਾਰਾ ਤੇ ਮੈਂ ਪੰਜਾਬ ਨੂੰ ਜਦੋਂ ਆਵਾਜ਼ਾਂ ਮਾਰੀਆਂ ਸਿੱਖ ਪੰਜਾਬ ਤੋਂ ਸਪਸ਼ਟ ਕੀਤਾ ਕਿ ਮੈਂ ਸਿਰਫ ਸਿੱਖਾਂ ਨੂੰ ਨਹੀਂ ਮੇਰੀ ਸਿੱਖ ਦੀ ਜਿਹੜੀ ਪਰਿਭਾਸ਼ਾ ਇਹ ਸਾਰੇ ਪੰਜਾਬੀਆਂ ਤੇ ਲਾਗੂ। ਤੋ ਇਹ ਹੈ ਜਿਹੜਾ ਇਸ ਪ੍ਰਕਿਰਿਆ ਦੇ ਵਿੱਚ ਕਿ ਪੰਜਾਬ ਨੂੰ ਦੁਬਾਰਾ ਸਿੱਖ ਪੰਜਾਬ ਬਣਾਉਣ ਲਈ ਇੱਕ ਮਹਾਨਾਇਕ ਦੀ ਲੋੜ ਹੈ ਤੇ ਉਹ ਹੈ ਬਾਬਾ ਬੰਦਾ ਸਿੰਘ ਬਹਾਦਰ। ਅੱਜ ਜਿਹੜਾ ਆਪਾਂ ਇਸ ਲਈ ਅਸੀਂ ਇਕੱਠੇ ਹੋਏ ਹਾਂ ਕਿ ਪੰਜਾਬ ਨੂੰ ਦੁਬਾਰਾ ਜਿਹੜਾ ਸਿੱਖ ਪੰਜਾਬ ਬਣਾਇਆ ਜਾਏ। ਔਰ ਮੇਰਾ ਮੰਨਣਾ ਹੈ ਇੱਕ ਵਾਰੀ ਅਸੀਂ ਔਰ ਦੇਖੋ ਦੁਨੀਆ ਜਿਹੜੀ ਹੈ ਅਸੀਂ ਉਸ ਮੋੜ ਤੋਂ ਲੰਘ ਰਹੇ। ਕਿਆ ਤੁਸੀਂ ਯੂਕਰੇਨ ਦੇ ਰੂਸ ਦੀ ਲੜਾਈ ਹੋ ਰਹੀ ਇਹ ਸਿੰਪਲ ਲੜਾਈ ਨਹੀਂ ਹੈ। ਇਹ ਯੂਕਰੇਨ ਤੇ ਰੂਸ ਦੀ ਲੜਾਈ ਨਹੀਂ ਹੋ ਰਹੀ, ਇਹ ਪੱਛਮ ਔਰ ਪੂਰਬ ਦੀ ਲੜਾਈ ਹੋ ਰਹੀ ਹੈ। ਤੁਸੀਂ ਦੇਖਣਾ ਕਿ ਇਹ ਲੜਾਈ ਦਾ ਐਂਡ ਜੋ ਮਰਜ਼ੀ ਹੋਏ ਇਹ ਜਿਹੜੀ ਦੁਨੀਆ ਤੇ ਪੱਛਮ ਦੀ ਪ੍ਰਬਲਤਾ ਹੈ ਵੈਸਟਰਨ ਡੋਮੀਨੇਸ਼ਨ ਔਰ
ਜਿਹੜੀ ਹੈਗੀ ਖਾਸ ਕਰਕੇ ਅਮਰੀਕੀ ਚੌਧਰ ਹੈ, ਇਹ ਲੜਾਈ ਨੇ ਉਸਦਾ ਮਲੀਆ ਮੇਟ ਕਰ ਦੇ। ਦੋਨੋਂ ਜਾਂ ਤਾਂ ਅਮਰੀਕਾ ਹਾਰ ਮੰਨ ਦੇਗਾ ਯੂਕਰੇਨ, ਜਾਂ ਫਿਰ ਪੂਰੀ ਤਰ੍ਹਾਂ ਦੇ ਨਿਊਕਲੀਅਰ ਦੀ ਤਬਾਹੀ ਹੋਏਗੀ। ਹੁਣ ਰੂਸ ਨੇ ਬਿਲਕੁਲ ਪਿੱਛੇ ਨਹੀਂ ਹਟਣਾ, ਇਹ ਗੱਲ ਦੇਖੋ ਇੱਥੇ ਦਾਅਵਾ ਨਾ ਕਹਿ ਸਕਦੇ। ਔਰ ਕਿੰਨੀ ਦੁਖਾਨ ਦੀ ਗੱਲ ਹੈ। ਤੇ ਜਿੱਦਾਂ ਮਰਜ਼ੀ ਤੁਸੀਂ ਲੈ ਲਓ ਕਿ ਪੂਰਬ ਦਾ ਬੋਲਬਾਲਾ, ਏਸ਼ੀਆ ਦੀ ਜਿਹੜੀ ਜਿੱਤ ਹੋਣ ਵਾਲੀ ਹੈ, ਔਰ ਯੂਰਪ ਅਮਰੀਕਾ ਨੇ ਮੂੰਹ ਦੇ ਖਾਣੇ ਇੱਥੇ। ਲੇਕਿਨ ਅਸੀਂ ਜਿਹੜਾ ਪੰਜਾਬ ਹੈ, ਕਿਉਂਕਿ ਅਸੀਂ ਆਪਣੀ ਗੁਰੂ ਤੋਂ ਜਿਹੜੇ ਬੇਮੁਖਾ, ਅਸੀਂ ਉਜਾੜਾ ਹੋ ਰਿਹਾ ਸਾਡਾ ਪੱਛਮ ਵੱਲ, ਜਿਹੜਾ ਪੱਛਮ ਨਿਗਾਰ ਹੈ। ਔਰ ਜਿਹੜੀਆਂ ਪੱਛਮ ਦੀਆਂ ਕਦਰਾਂ ਕੀਮਤਾਂ ਨੇ, ਕੀ ਅਸੀਂ ਆਪਣੇ ਸਿੱਖ ਕਦਰਾਂ ਕੀਮਤਾਂ ਦੇ ਨਾਲ ਉਹਨੂੰ ਜਸਟਿਫਾਈ ਕਰਾ ਸਕਦੇ ਹਾਂ? ਜਿਹੜੇ ਬਹੁਤ ਲੋਕ ਉਹਦੀ ਕਰ ਰਹੇ ਨੇ ਵਕਾਲਤ, ਜੋ ਕੁਝ ਹੋ ਤੋਂ ਸਿੰਪਲ ਜੀ ਗੱਲ ਹੈ ਕਿ ਉੱਥੇ ਦਾ ਜਿਹੜਾ ਹੁਣ ਸਮਲਿੰਗੀ ਵਿਆਹ ਕਰਾ ਰਹੇ ਨੇ, ਤਾਂ ਸਾਡੀ ਗੁਰਬਾਣੀ ਤਾਂ ਕਹਿੰਦੀ ਹੈ ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਕਿ ਕੁਦਰਤ ਨੇ ਜਿਹੜੇ ਨਾਰ ਔਰ ਪੁਰਖ ਜਿਹੜੇ ਨੇ ਇੱਕ ਪੂਰੀ ਇਕਾਈ ਦੋਨੋਂ ਮਿਲ ਕੇ ਬਣ ਰਹੇ। ਜਦੋਂ ਸਮਲਿੰਗੀ ਅਸੀਂ ਵਿਆਹ ਕਰਾਵਾਂਗੇ, ਇਹਦਾ ਮਤਲਬ ਗੈਰ ਕੁਦਰਤੀ ਅਸੀਂ ਕਰ ਰਹੇ। ਤਾਂ ਅਸੀਂ ਕਿੱਦਾਂ ਇਹ ਜਿਹੇ ਸਿਸਟਮ ਤੇ ਅਸੀਂ ਪੈਰੋਕਾਰ ਬਣ ਜਾਂ ਸਿੱਖ ਫਿਲਾਸਫੀ ਨੂੰ ਪੂਰੀ ਤਰ੍ਹਾਂ ਛੱਡੀਏ ਤਾਂ ਹੀ ਅਸੀਂ ਉਹ ਅਪਣਾ ਸਕਦੇ। ਤਾਂ ਇਸ ਕਰਕੇ ਕਹਿਣ ਦਾ ਭਾਵ ਹੈ ਕਿ ਜਿਹੜਾ ਜੀਵਨ ਦਾ ਜਿਹੜਾ ਸਿੱਖ ਸਿਧਾਂਤ ਹੈ, ਉਹ ਇਹ ਸਾਨੂੰ ਦੱਸ ਰਿਹਾ ਹੈ ਕਿ ਧਰਮ ਔਰ ਪੈਸੇ ਦੀ ਇਕੁਏਸ਼ਨ ਦੇ ਵਿੱਚ ਜਿਹੜਾ ਐਥਿਕਸ ਤੇ ਇਕਨੋਮਿਕਸ, ਆਰਥਿਕਤਾ ਤੇ ਨੈਤਿਕਤਾ, ਧਰਮ ਪੈਸੇ ਨਾਲੋਂ ਉੱਪਰ ਹੈ। ਜਿਹੜਾ ਪੱਛਮੀ ਸਿਧਾਂਤ ਹੈ ਕਿ ਪੈਸਾ ਧਰਮ ਨਾਲੋਂ ਉੱਪਰ ਹੈ। ਤਾਂ ਇਸ ਕਰਕੇ ਅਸੀਂ ਉਹਨਾਂ ਦੇ ਅਨੁਕੂਲ ਨਹੀਂ ਚੱਲ ਸਕਦੇ। ਤਾਂ ਇਹ ਜਿਹੜੀਆਂ ਗੱਲਾਂ ਨੇ ਕਿ ਅਸੀਂ ਕਰੀਏ ਨਾ ਕਰੀਏ, ਲੇਕਿਨ ਹੁਣ ਜਿਹੜਾ ਜੋ ਸਾਡੇ ਸੰਸਾਰ ਦੀ ਜਿਹੜੀ ਸੱਚਾਈ ਹੈ ਉਹ ਸਾਡੇ ਸਾਹਮਣੇ ਆ ਜਾਣੀ ਹੈ। ਔਰ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਦਾ ਜਿਹੜਾ ਹੈ ਸਿਧਾਂਤ ਨੂੰ ਸਮਝੀਏ, ਤਾਂ ਅਸੀਂ ਸਹੀ ਭੂਮਿਕਾ ਨਿਭਾ ਸਕਦੇ ਹਾਂ। ਕਿ ਅੱਜ ਜੋ ਦੁਨੀਆ ਦੇ ਵਿੱਚ ਜੋ ਹੋਣਾ, ਕਿਉਂਕਿ ਇਹ ਟੁੱਟਣਾ ਜਿਹੜਾ ਅਸੀਂ ਸਿਸਟਮ, ਜਿਹਦੇ ਅਸੀਂ ਪੁਜਾਰੀ ਬਣ ਗਏ, ਜਿਹਦੇ ਅਸੀਂ ਪੈਰੋਕਾਰ ਬਣ ਗਏ, ਜਿਹਦੇ ਅਸੀਂ ਪ੍ਰਸ਼ੰਸਕ ਬਣ ਗਏ, ਇਹ ਸਿਸਟਮ ਖਤਮ ਹੋਣਾ ਹੈ। ਉਹਦੇ ਨਾਲ ਇੱਕ ਨਵਾਂ ਸਿਸਟਮ ਆਉਣਾ ਹੈ। ਤਾਂ ਉਹਦੇ ਵਿੱਚ ਜਿਹੜਾ ਹੈ ਸਾਡਾ ਸਿੱਖ ਸਿਧਾਂਤ, ਜਿਹੜਾ ਸਿੱਖ ਫਲਸਫਾ, ਉਹਦੀ ਬਹੁਤ ਕੇਂਦਰੀ ਭੂਮਿਕਾ ਹੋਏਗੀ। ਦੁਖਾਂਤ ਇਹ ਹੋਣਾ ਹੈ ਕਿ ਬਾਕੀ ਸੰਸਾਰ ਨੇ ਤਾਂ ਸਾਡਾ ਫਲਸਫਾ ਅਪਣਾ ਲੈਣਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਸਿੱਖਾਂ ਦਾ ਫਲਸਫਾ ਜਾਂ ਪੰਜਾਬੀਆਂ ਦਾ ਫਲਸਫਾ। ਤਾਂ ਆਪਾਂ ਨੂੰ, ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਨ ਨਾਇਕ ਮੰਨਦੇ ਹੋਏ ਆਪਾਂ ਆਪਣੇ ਇਹ ਦਾਅਵਾ ਕਰੀਏ ਕਿ ਸਾਡਾ ਫਲਸਫਾ ਹੈ, ਤਾਂ ਸ਼ਾਇਦ ਇਹ ਦੁਖਾਂਤ ਸਾਡੇ ਨਾਲ ਨਾ ਵਾਪਰੇ ਕਿ ਦੁਨੀਆ ਜਦੋਂ ਉਸ ਫਲਸਫੇ ਨੂੰ ਅਪਣਾਏਗੀ, ਉਹਦਾ ਕ੍ਰੈਡਿਟ ਸਾਨੂੰ ਹੀ ਜਾਏਗੀ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਰਦਾਰ ਸਿੰਘ ਜੀ ਨੇ ਬਹੁਤ ਭਾਵਪੂਰਤ ਢੰਗ ਦੇ ਨਾਲ ਸਾਨੂੰ ਇਸ ਸੈਮੀਨਾਰ ਦੇ ਮੇਨ ਸੰਕਲਪਾਂ ਦੇ ਨਾਲ, ਮੇਨ ਸੰਦਰਭਾਂ ਦੇ ਨਾਲ ਜੋੜਿਆ ਤੇ ਇਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਜਿਹੜਾ ਜੱਟ ਪੰਜਾਬ ਬਣ ਗਿਆ, ਜਿਹੜਾ ਕਿ ਸਿੱਖ ਪੰਜਾਬ ਬਣਾਉਣਾ ਆਪਾਂ ਨੇ, ਉਸ ਦੇ ਲਈ ਕੀ ਕੀ ਕਰਨ ਦੀ ਜ਼ਰੂਰਤ ਹੈ। ਅਤੇ ਉਹਨਾਂ ਸਿਧਾਂਤਾਂ ਬਾਰੇ ਡਾਕਟਰ ਸਾਹਿਬ ਨੇ ਬਹੁਤ ਭਾਵਪੂਰਤ ਗੱਲਾਂ ਕੀਤੀਆਂ ਨੇ। ਸਾਡੇ ਦਰਮਿਆਨ ਸਰਦਾਰ ਜਗਜੀਤ ਸਿੰਘ ਜੀ ਸਾਨੀ ਸਾਹਿਬ